ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਪਾਵਨ ਅੰਗ 349 ਤੇ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਆਸਾ ਰਾਗ ਦੇ ਵਿੱਚ ਸਤਿਗੁਰੂ ਸਾਹਿਬ ਜੀ ਇੱਕ ਇਲਾਕੇ ਵਿੱਚ ਵਿਚਰ ਰਹੇ ਸਨ। ਉੱਥੋਂ ਦੇ ਲੋਕਾਂ ਨੇ ਗੁਰੂ ਪਾਤਸ਼ਾਹ ਜੀ ਦੇ ਨਾਲ ਨਫ਼ਰਤ ਕੀਤੀ ਕਿ ਇੱਕ ਮਰਾਸੀ ਨੂੰ ਆਪਣੇ ਨਾਲ ਲਈ ਫਿਰਦੇ ਹਨ। ਤਾਂ ਸੁਣ ਕਰਕੇ ਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ, ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ, ਭਾਵੈ ਧੀਰਕ ਭਾਵੈ ਧੱਕੇ, ਏਕ ਵਡਾਈ ਦੇ। ਭਾਈ ਜੇਕਰ ਕਿਸੇ ਰਾਜੇ ਦੇ ਦਰ ਦੁਆਰੇ ਉੱਪਰ ਕੋਈ ਮੰਗਤਾ ਮੰਗਦਾ ਹੋਇਆ ਫਰਿਆਦ ਕੂਕ ਕਰੇ, ਅੱਗੋਂ ਮਹਿਲਾਂ ਦੇ ਵਿੱਚੋਂ ਖਸਮ ਮਾਲਕ ਭਾਵ ਰਾਜਾ ਉਸ ਦੀ ਪੁਕਾਰ ਨੂੰ ਸੁਣ ਲਵੇ। ਹੁਣ ਉਸ ਰਾਜੇ ਦੀ ਮਰਜ਼ੀ ਹੈ ਕਿ ਭਾਵੇਂ ਉਸ ਮੰਗਤੇ ਨੂੰ ਨਿਮਰਤਾ ਵਿੱਚ ਆ ਕਰਕੇ ਧੀਰਕ ਹੁੰਦਾ ਧੀਰਜ ਦੇਵੇ ਅਤੇ ਭਾਵੈ ਧੱਕੇ, ਅਤੇ ਭਾਵੇਂ ਹੰਕਾਰ ਵਸ ਹੋ ਕਰਕੇ ਉਸ ਨੂੰ ਧੱਕੇ ਦੇ ਕੇ ਕੱਢ ਦੇਵੇ। ਇਸ ਪ੍ਰਕਾਰ ਧੱਕੇ ਮਾਰਨ ਦੀ ਜਾਂ ਧੀਰਜ ਦੇਣ ਦੀ ਇੱਕ ਵਡਿਆਈ ਦਿੰਦਾ ਹੈ, ਭਾਵ ਇੱਕੋ ਗੱਲ ਕਰਦਾ ਹੈ, ਜਾਂ ਧੱਕੇ ਮਾਰਦਾ ਹੈ ਜਾਂ ਵਡਿਆਈ ਦਿੰਦਾ ਹੈ। ਜੇਕਰ ਕੋਈ ਮੰਗਤਾ ਬਣ ਕੇ ਸਤਿਗੁਰਾਂ ਦੇ ਸਤਸੰਗਤ ਰੂਪੀ ਦੁਆਰੇ 'ਤੇ ਜਾ ਕਰਕੇ ਕੂਕ ਪੁਕਾਰਾਂ ਫਰਿਆਦਾਂ ਕਰੇ ਤਾਂ ਮਹਿਲੀ ਕੀਏ ਮਹਿਲਾਂ ਦਾ ਖਸਮ ਸੁਆਮੀ ਸਤਿਗੁਰੂ ਸੁਣ ਲਵੇ ਤਾਂ ਸਤਿਗੁਰੂ ਸਾਹਿਬ ਜੀ ਨੂੰ ਧੀਰਜ ਦੇਣਾ ਹੀ ਪਾਉਂਦਾ ਹੈ। ਹੋਰ ਦੁਨੀਆ ਦੇ ਬਾਦਸ਼ਾਹਾਂ ਨੂੰ ਤਾਂ ਧੱਕੇ ਦੇਣੇ ਹੀ ਪਾਉਂਦੇ ਆ, ਪਰੰਤੂ ਸਤਿਗੁਰੂ ਜੀ ਉਸ ਨੂੰ ਇੱਕ ਅੰਮ੍ਰਿਤ ਨਾਮ ਦੀ ਵਡਿਆਈ ਦੇ ਦਿੰਦੇ ਹਨ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾਹੇ ਰਹਾਉ। ਹੇ ਭਾਈ, ਸਾਰਿਆਂ ਜੀਵਾਂ ਵਿੱਚ ਉਸ ਪਰਮੇਸ਼ਰ ਦੀ ਜੋਤੀ ਨੂੰ ਹੀ ਜਾਣਨਾ ਕਰੋ ਅਤੇ ਰੱਬ ਦੇ ਪਿਆਰਿਆਂ ਦੀ ਕਿਸੇ ਪ੍ਰਕਾਰ ਜਾਤੀ ਨਾ ਪੁੱਛਣਾ ਕਰੋ, ਕਿਉਂਕਿ ਅੱਗੇ ਪ੍ਰਲੋਕ ਵਿੱਚ ਕਿਸ ਪ੍ਰਕਾਰ ਦੀ ਜਾਤੀ ਨਾਲ ਨਹੀਂ ਜਾਂਦੀ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ। ਸੋ ਅੱਗੇ ਤਾਂ ਕੋਈ ਵੀ ਜਾਤ ਨਹੀਂ ਚੱਲਣੀ। ਇਸ ਕਰਕੇ ਅੱਗੇ ਜਾਤ ਪਾਤ ਦਾ ਤਾਂ ਇਹ ਤਿਆਗ ਕਰ ਦਿਓ। ਸਾਰਿਆਂ ਨੂੰ ਜੋਤੀ ਸਰੂਪ ਜਾਣੋ ਅਤੇ ਕਿਸੇ ਬੁੱਧੀ ਬਾਰੇ ਨਾ ਪੁੱਛਣਾ ਕਰੋ ਕਿ ਤੇਰੀ ਬੁੱਧ ਸ਼ਾਸਤਰ ਗਿਆਨ ਦੇ ਸਹਿਤ ਹੈ ਜਾਂ ਸ਼ਾਸਤਰ ਗਿਆਨ ਤੋਂ ਅਗਿਆਤ ਹੈ। ਅੱਗੇ ਦਰਗਾਹ ਵਿੱਚ ਤਾਂ ਕਿਸੇ ਦੀ ਬੁੱਧੀ ਸਿਆਣਪ ਆਦਿ ਵੀ ਨਹੀਂ ਜਾਣਦੀ। ਰਹਾਓ, ਪਾਤਸ਼ਾਹ ਜਪਜੀ ਸਾਹਿਬ ਵਿੱਚ ਫਰਮਾਉਂਦੇ ਆ ਨਾ ਕਿ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਰਹਾਓ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਆਪ ਕਰਾਏ ਆਪ ਕਰੇ, ਆਪ ਉਲਾਮੇ ਚਿੱਤ ਧਰੇ। ਆਪ ਹੀ ਪਰਮੇਸ਼ਰ ਗੁਰਾਂ ਦੁਆਰਾ ਉਪਦੇਸ਼ ਕਰਾਉਂਦਾ ਹੈ ਅਤੇ ਆਪ ਹੀ ਸਿੱਖ ਬਣ ਕੇ ਉਪਦੇਸ਼ ਦੀ ਕਮਾਈ ਕਰਦਾ ਹੈ। ਸਤਿਗੁਰੂ ਜੀ ਆਪ ਹੀ ਸਿੱਖਾਂ ਦੇ ਪਾਸੋਂ ਨਿਸ਼ਕਾਮ ਕਰਮਾਂ ਨੂੰ ਕਰਾਉਂਦੇ ਹਨ ਅਤੇ ਆਪ ਹੀ ਸਿੱਖਾਂ ਨੂੰ ਬ੍ਰਹਮ ਗਿਆਨ ਦੇਣਾ ਕਰਦੇ ਹਨ। ਜਿਹੜੇ ਸਿੱਖਾਂ ਦਾ ਚਿੱਤ ਵਿਗੜ ਕੇ ਵਿਕਾਰੀ ਹੋ ਜਾਂਦਾ, ਆਲਸੀ ਹੋ ਜਾਂਦਾ, ਉਹਨਾਂ ਨੂੰ ਆਪ ਹੀ ਉਲਾਮੇ ਤਾਨੇ ਦਿੰਦੇ ਹਨ। ਪਾਤਸ਼ਾਹ ਦਾ ਪਾਵਨ ਵਾਕ ਹੈ, 100 ਉਲਾਮੇ ਦਿਨੈ ਕੈ, ਰਾਤੀ ਮਿਲਨ ਸਹੰਸ। ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਬਾਬਾ ਫਰੀਦ ਜੀ ਫਰਮਾਉਂਦੇ ਹਨ ਪ੍ਰਮਾਣ ਵਜੋਂ, ਫਰੀਦਾ ਪਿਛਲ ਰਾਤ ਨਾ ਜਾਗੇ ਓਹੇ, ਜੀ ਵੱਦੜੋ ਮੋਏ ਓਹੇ। ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਓਹੇ। ਜਿਹੜਾ ਸਿੱਖ ਇਹਨਾਂ ਉਲਾਮਿਆਂ ਨੂੰ ਸਮਝ ਕੇ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ ਕਿ ਰੱਬ ਮੈਨੂੰ ਲਾਮੇ ਮਾਰਦਾ, ਭਾਵ ਜਿਹੜਾ ਸਿੱਖ ਸ਼ਰਮ ਕਰ ਲਵੇ, ਉਹ ਲਾਇਕ ਅਧਿਕਾਰੀ ਵੀ ਬਣ ਜਾਂਦਾ ਹੈ। ਪਰਮੇਸ਼ਰ ਆਪ ਹੀ ਇਹਨਾਂ ਉਲਾਮਿਆਂ ਨੂੰ ਚਿੱਤ ਵਿੱਚ ਧਾਰਨ ਕਰਾ ਦਿੰਦਾ। ਪਰਮੇਸ਼ਰ ਆਪ ਹੀ ਅਧਿਕਾਰੀਆਂ ਦੇ ਪ੍ਰੇਮ ਵਿੱਚ ਭਿੱਜੇ ਹੋਇਆਂ ਨੂੰ ਬਚਨਾਂ ਬੇਨਤੀਆਂ ਰੂਪ ਉਲਾਮਿਆਂ ਨੂੰ ਸੁਣ ਕੇ ਆਪ ਹੀ ਉਹਨਾਂ ਦੇ ਚਿੱਤ ਵਿੱਚ ਆਪ ਦੀ ਜੋਤ ਨੂੰ ਧਰ ਕੇ ਨਿਰਾਵਰਨ ਗਿਆਨ ਬਖਸ਼ ਦਿੰਦਾ ਹੈ। ਜਾ ਤੂੰ ਕਰਨਹਾਰ ਕਰਤਾਰ, ਕਿਆ ਮੁਹਤਾਜੀ ਕਿਆ ਸੰਸਾਰ। हे प्रभु जी,
ਜਦੋਂ ਤੁਸੀਂ ਸੰਸਾਰ ਨੂੰ ਪੈਦਾ ਕਰਨ ਵਾਲੇ ਆਪ ਹੋ ਅਤੇ ਤੁਹਾਡੇ ਕਰ ਨਾਮ ਹੱਥਾਂ ਦਾ ਹੈ, ਹੱਥਾਂ ਵਿੱਚ ਸਾਰਿਆਂ ਦੀ ਰੋਜੀ ਰੂਪੀ ਪਰਾਲਬਧ ਰੂਪ ਜ਼ਿੰਦਗੀ ਰੂਪ ਤਾਰ ਫੜੀ ਹੋਈ ਆ, ਤਾਂ ਫਿਰ ਸਾਨੂੰ ਕਿਸੇ ਦੀ ਕੀ ਮੁਤਾਜੀ, ਖੁਸ਼ਾਮਦ ਕਰਨ ਦੀ ਕੀ ਲੋੜ ਹੈ? ਅਤੇ ਸੰਸਾਰ ਜਗਤ ਸਾਡਾ ਕੀ ਵਿਗਾੜ ਸਕਦਾ? ਸੰਸਾਰ ਦਾ ਕੀ ਦੁੱਖ ਹੈ? ਭਾਵ ਕੁਝ ਵੀ ਨਹੀਂ, ਸਾਰਾ ਕੁਝ ਤੇ ਤੁਹਾਡੇ ਹੱਥ ਵਿੱਚ ਹੈ। ਆਪ ਉਪਾਏ ਆਪੇ ਦੇ, ਆਪੇ ਦੁਰਮਤ ਮਨਹਿ ਕਰੇ। ਪਰਮੇਸ਼ਰ ਆਪ ਹੀ ਸੰਸਾਰ ਨੂੰ ਉਪਾਏ ਕਹੀਏ ਪੈਦਾ ਕਰਦਾ ਹੈ, ਆਪ ਹੀ ਸਾਰਿਆਂ ਨੂੰ ਰੋਜੀ ਦਿੰਦਾ ਹੈ। ਗੁਰੂ ਸਾਹਿਬ ਆਪ ਹੀ ਸਿੱਖ ਦੇ ਹਿਰਦੇ ਵਿੱਚ ਵਿਰਾਗ ਉਤਪੰਨ ਕਰਦੇ ਆ, ਆਪ ਹੀ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੰਦੇ ਆ, ਆਪ ਹੀ ਗੁਰੂ ਜੀ ਸਿੱਖਾਂ ਦੀ ਦੁਰਮਤ ਹੁੰਦਾ ਖੋਟੀ ਮੱਤ ਨੂੰ, ਮਨਹਿ ਹੁੰਦਾ ਮਨ ਵਿੱਚੋਂ ਹਟਾ ਦਿੰਦੇ ਆ, ਖਤਮ ਕਰ ਦਿੰਦੇ ਆ। ਗੁਰ ਪ੍ਰਸਾਦ ਵਸੈ ਮਨ ਆਏ, ਦੁਖ ਹਨੇਰਾ ਵਿੱਚ ਹੋ ਜਾਏ। ਸਤਿਗੁਰਾਂ ਦੀ ਪ੍ਰਸਾਦ ਹੁੰਦਾ ਕਿਰਪਾ ਦੁਆਰਾ। ਪਰਮੇਸ਼ਰ ਦਾ ਨਾਮ ਉਪਦੇਸ਼ ਜਿਨ੍ਹਾਂ ਦੇ ਹਿਰਦੇ ਵਿੱਚ ਆ ਕਰਕੇ ਵਸਦਾ ਹੈ, ਉਹਨਾਂ ਦੇ ਜੰਮਣ ਮਰਨ ਦਾ ਦੁੱਖ ਕਸ਼ਟ ਤੇ ਅਗਿਆਨ ਦਾ ਹਨੇਰਾ, ਅਵਰਨ ਦਾ ਪਰਦਾ ਹਿਰਦੇ ਵਿੱਚੋਂ ਚਲਿਆ ਜਾਂਦਾ। ਸਾਚ ਪਿਆਰਾ ਆਪ ਕਰੇ, ਅਵਰੀ ਕੋ ਸਾਚ ਨਾ ਦੇ। ਸੋ ਇੱਥੇ ਬਾਣੀ ਵਿੱਚ ਮੂਲ ਪਾਠ ਆਇਆ ਹੈ ਦੱਦੇ ਨੂੰ ਲਾਂ, ਈੜੀ ਨੂੰ ਸਿਹਾਰੀ। ਇਸ ਨੂੰ ਬੋਲਣਾ ਹੈ ਸੰਥਿਆ ਦੇ ਮੁਤਾਬਕ ਦੇ। ਕਈ ਆਂਦੇ ਬੜੀ ਹੇਕ ਜੀ ਲਾਉਂਦੇ ਆ, ਪਰ ਸ਼ੁੱਧ ਪਾਠ ਹੈ ਦੇ। ਜੇ ਕੱਲਾ ਦੇ ਬੋਲਾਂਗੇ ਫਿਰ ਦੱਦੇ ਨੂੰ ਲਾਂ ਰਹਿ ਗਈ, ਈੜੀ ਨੂੰ ਲਾਮ ਜਿਹੜੀ ਬੋਲਣੀ ਹੋਈ। ਸੋ ਪਾਠ ਸ਼ੁੱਧ ਬੋਲਣਾ, ਅਸੀਂ ਪਾਠਾਂ ਦਾ ਵੀ ਖਿਆਲ ਰੱਖਣਾ। ਸਤਿਗੁਰੂ ਆਪੇ ਹੀ ਅਧਿਕਾਰੀਆਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਸੱਚੇ ਨਾਮ ਦਾ ਪਿਆਰਾ ਬਣਾਉਣਾ ਕਰਦਾ, ਸੱਚੇ ਨਾਮ ਦਾ ਪਿਆਰਾ ਪਿਆਲਾ ਬਣਾਉਣਾ ਕਰਦਾ ਤੇ ਸੱਚੇ ਨਾਮ ਦਾ ਪਿਆਲਾ ਪਿਲਾਉਣਾ ਕਰਦਾ। ਪ੍ਰੇਮੀ ਜਨ ਅਧਿਕਾਰੀਆਂ ਤੋਂ ਬਿਨਾਂ ਹੋਰਨਾਂ ਨੂੰ ਸੱਚੇ ਨਾਮ ਦੀ ਦਾਤ ਸਤਿਗੁਰੂ ਜੀ ਨਹੀਂ ਦਿੰਦੇ। ਜੋ ਅਵਰੀ ਅਵਰਨ ਵਾਲੇ ਅਗਿਆਨੀ ਪੁਰਸ਼ ਹਨ, ਉਹਨਾਂ ਨੂੰ ਪਰਮੇਸ਼ਰ ਸੱਚੇ ਦੀ ਪ੍ਰਾਪਤੀ ਨਹੀਂ ਦਿੰਦਾ। ਜੇ ਕਿਸੈ ਦੇ ਵਖਾਣੈ ਨਾਨਕ, ਆਗੈ ਪੂਛ ਨਾ ਲੇ। ਸਤਿਗੁਰੂ ਸਾਹਿਬ ਜੀ ਵਖਾਣੈ ਹੁੰਦਾ ਕਥਨ ਕਰਦੇ ਆ ਕਿ ਜੇਕਰ ਪਰਮੇਸ਼ਰ ਗੁਰਾਂ ਦੁਆਰਾ ਕਿਸੇ ਨੂੰ ਬਖਸ਼ਿਸ਼ ਦਿੰਦਾ ਹੈ ਤਾਂ ਅੱਗੇ ਪ੍ਰਲੋਕ ਦਰਗਾਹ ਵਿੱਚ ਉਹਨਾਂ ਦੇ ਕਰਮਾਂ ਦੀ ਪੂਛ ਹੁੰਦਾ, ਪੁੱਛ ਗਿੱਛ ਹਿਸਾਬ ਕਿਤਾਬ ਨਹੀਂ ਲੈਣਾ। ਭਾਵ ਜਿਸ ਨੂੰ ਸਤਿਗੁਰੂ ਹੀ ਬਖਸ਼ ਲਵੇ, ਪਰਮੇਸ਼ਰ ਬਖਸ਼ ਲਵੇ, ਉਸ ਦੀ ਪੁੱਛ-ਗਿੱਛ ਕੌਣ ਕਰ ਸਕਦਾ ਹੈ? ਭਾਵ ਸਾਰੇ ਮੁਕਤ ਕਰ ਦਿੰਦਾ ਹੈ। ਆਸਾ ਮਹੱਲਾ ਪਹਿਲਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਸ ਵੇਲੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ, ਉਸ ਵੇਲੇ ਇੱਕ ਦਿਨ ਰਾਸ ਧਾਰੀਆਂ ਨੇ ਗੁਰੂ ਜੀ ਕੋਲ ਆ ਕੇ ਕਿਹਾ ਕਿ ਮਹਾਰਾਜ, ਜੇਕਰ ਆਪ ਜੀ ਦੀ ਆਗਿਆ ਹੋਵੇ ਤਾਂ ਅਸੀਂ ਰਾਸ ਪਾਈਏ। ਗੁਰੂ ਜੀ ਨੇ ਕਿਹਾ ਕਿ ਹੇ ਭਾਈ, ਤੁਹਾਡੀਆਂ ਰਾਸਾਂ ਦਾ ਕੀ ਵੇਖਣਾ ਹੈ? ਸੰਸਾਰ ਵਿੱਚ ਤਾਂ ਰਾਸ ਅੱਗੇ ਹੀ ਪੈ ਰਹੀ ਆ। ਉਹ ਕਹਿਣ ਲੱਗੇ ਕਿ ਮਹਾਰਾਜ ਜੀ, ਕਿਹੜੀ ਰਾਸ ਪੈ ਰਹੀ ਆ? ਤਾਂ ਗੁਰੂ ਜੀ ਕਲਯੁਗ ਦੀ ਪੈ ਰਹੀ ਰਾਸ ਦਾ ਵਰਣਨ ਕਰਦੇ ਹੋਏ ਸਰਬ ਸਾਂਝਾ ਉਪਦੇਸ਼ ਵਰਣਨ ਕਰਦੇ ਹਨ। ਤਾਲ ਮਦੀਰੇ ਘਟ ਕੇ ਘਾਟ, ਦੋਲਕ ਦੁਨੀਆ ਵਾਜਹਿ ਵਾਜ। ਆਸਾ ਤ੍ਰਿਸ਼ਨਾ ਰੂਪੀ ਤਾਲ ਹੁੰਦਾ ਕੈਂਸੀਆਂ, ਸੰਕਲਪ ਵਿਕਲਪ ਰਾਗ ਦਵੈਖ ਰੂਪੀ ਮਦੀਰੇ ਛੈਣੇ ਘਟ ਹਿਰਦੇ ਦੇ ਘਾਟ ਅਸਥਾਨ 'ਤੇ ਵੱਜ ਰਹੇ ਆ। ਘਟ ਹਿਰਦੇ ਦੇ ਵਿੱਚੋਂ ਸ਼ੁਭ ਗੁਣਾਂ ਨੂੰ ਘਾਟ ਘਟਾਉਣ ਵਾਲੇ ਹਨ। ਦੁਨੀਆ ਜਗਤ ਵਿੱਚ ਚੰਗੇ ਮਾੜੇ ਪਾਪ ਪੁੰਨ ਭਲਾ ਬੁਰਾ ਨਿੰਦਿਆ ਉਸਤਤ ਇਤਿਆਦ ਰੂਪੀ ਦੋਲਕ ਹੁੰਦਾ ਢੋਲ ਦੇ ਵਾਜੇ ਵੱਜ ਰਹੇ ਆ। ਨਾਰਦ ਨਾਚੈ ਕਲ ਕਾ ਭਾਉ, ਜਤੀ ਸਤੀ ਕਹਿ ਰਾਖੈ ਪਾਉ। ਨਾਰਦ ਹੁੰਦਾ ਨਾਰਦ ਮੁਨੀ ਜੀ ਦੀ ਨਿਆਈ। ਇਹ ਆਪਣਾ ਮਨ ਸੰਕਲਪਾਂ ਵਿਕਲਪਾਂ ਵਿੱਚ ਨੱਚ ਰਿਹਾ ਅਤੇ ਜਿਨ੍ਹਾਂ ਦਾ ਆਪੋ ਵਿੱਚ ਹੀ ਸਿਰ ਵੱਢਵਾਂ ਵੈਰ ਹੁੰਦਾ, ਉਹਨਾਂ ਲੜਾਈ ਵਾਲਿਆਂ ਦਾ ਆਪੋ ਵਿੱਚ ਹੀ ਭਾਵ ਪ੍ਰੇਮ ਵੀ ਬਹੁਤ ਹੁੰਦਾ। ਕਲਯੁਗ ਦਾ ਅਵਿਦਿਆ ਦਾ ਭਾਵ ਪ੍ਰਭਾਵ ਪ੍ਰਕਾਰ ਭੇਦ ਤੁਹਾਨੂੰ ਦੱਸਿਆ ਹੈ। ਸੋ ਅਜਿਹੀ ਰਾਸ ਇੱਥੇ ਦੁਨੀਆ 'ਤੇ ਪੈ ਰਹੀ ਆ, ਕਿਉਂਕਿ ਉਹਨਾਂ ਨੇ ਆ ਕੇ ਬੇਨਤੀ ਕੀਤੀ ਨਾ, ਮਹਾਰਾਜ ਅਸੀਂ ਰਾਸ ਪਾਈਏ। ਰਾਸ ਧਾਰੀ ਸਨ। ਮਹਾਰਾਜ ਕਹਿੰਦੇ ਦੁਨੀਆ ਵਿੱਚ ਤਾਂ ਰਾਸ ਪਹਿਲਾਂ ਹੀ ਪੈ ਰਹੀ ਆ,
ਆਓ ਅੱਗੇ ਸੁਣੋ ਕਿਵੇਂ ਪੈਰੀ। ਨਾਨਕ ਨਾਮ ਵਿਟਹੁ ਕੁਰਬਾਨ, ਅੰਧੀ ਦੁਨੀਆ ਸਾਹਿਬ ਜਾਣ ਰਹਾਉ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਅਸੀਂ ਤਾਂ ਪਰਮੇਸ਼ਰ ਦੇ ਨਾਮ ਉੱਪਰੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਇਹ ਸਾਰੀ ਦੁਨੀਆ ਸਾਹਿਬ ਮਾਲਕ ਅਕਾਲ ਪੁਰਖ ਦੇ ਜਾਣ ਹੁੰਦਾ ਜਾਣਨ ਵੱਲੋਂ ਅੰਨੀ ਹੋ ਰਹੀ ਆ। ਭਾਵ ਬਿਲਕੁਲ ਹੀ ਅੰਨੀ ਹੋ ਗਈ। ਹੇ ਦੁਨੀਆ ਦੇ ਲੋਕੋ, ਸਾਹਿਬ ਸੁਆਮੀ ਪਰਮੇਸ਼ਰ ਨੂੰ ਗੁਰਾਂ ਦੁਆਰਾ ਜਾਣਨਾ ਕਰੋ। ਕਿਉਂ ਅੰਨੀ ਸ੍ਰਿਸ਼ਟੀ ਦੇ ਮੋਹ ਵਿੱਚ ਲੱਗੇ ਹੋਏ ਹੋ? ਦਿਨ ਰਾਤ ਅੰਨੇ ਬੋਲੇ ਹੋ ਕੇ ਭੱਜੇ ਫਿਰਦੇ ਹੋ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ। ਗੁਰੂ ਪਾਸੋ ਫਿਰ ਚੇਲਾ ਖਾਏ, ਤਾਮ ਪ੍ਰੀਤ ਵਸੈ ਘਰ ਆਏ। ਕਲਯੁਗ ਦੇ ਵਿੱਚ ਗੁਰੂ ਚੇਲੇ ਅਜਿਹੇ ਹਨ, ਗੁਰੂ ਦੇ ਕੋਲੋਂ ਫਿਰ ਮੁੜ ਕੇ ਚੇਲਾ ਦਾਸ ਸੇਵਕ ਅਨੇਕਾਂ ਪਦਾਰਥ ਖਾਂਦਾ ਹੈ। ਭਾਵ ਉਵੇਂ ਤਾਂ ਗੁਰੂ ਕੋਲ ਸੇਵਕ ਟਿਕਦੇ ਨਹੀਂ, ਗੁਰੂ ਉਸ ਨੂੰ ਆਪਣੇ ਕੋਲ ਰੱਖਣ ਲਈ ਅਨੇਕਾਂ ਪਦਾਰਥ ਖਾਣ ਨੂੰ ਦਿੰਦਾ ਤੇ ਲੋਕਾਂ ਵਿੱਚ ਉਸ ਦੀ ਉਸਤਤ ਕਰਦਾ ਹੈ ਕਿ ਇਸ ਨੇ ਵੇਦਾਂਤ ਆਦਿ ਦੇ ਬੇਅੰਤ ਗ੍ਰੰਥ ਪੜ੍ਹੇ ਹਨ ਇਤਿਆਦਿਕ। ਪਰੰਤੂ ਚੇਲਾ ਇਸ ਆਸ 'ਤੇ ਉਸ ਕੋਲ ਰਹਿੰਦਾ ਹੈ ਕਿ ਇਸ ਦੇ ਮਰਨ ਤੋਂ ਬਾਅਦ ਇਸ ਦੀ ਗੱਦੀ ਮੈਨੂੰ ਮਿਲੇਗੀ। ਫਿਰ ਜੋ ਗੁਰੂ ਹਨ ਉਹ ਤਾਮ ਖਾਣੇ ਦੀ ਪ੍ਰੀਤੀ ਕਰਕੇ ਕਿਸੇ ਚੰਗੀ ਜਾਇਦਾਦ ਵਾਲੇ ਦੇ ਘਰ ਵਿੱਚ ਆ ਕੇ ਵਸ ਜਾਂਦੇ ਤੇ ਕਹਿੰਦੇ ਹਨ ਕਿ ਅਸੀਂ ਸੋਚਿਆ ਹੈ ਕਿ ਤੁਹਾਨੂੰ ਕੋਈ ਮੰਤਰ ਦੇ ਆਈਏ, ਤੁਹਾਡਾ ਭਲਾ ਹੋ ਜਾਵੇ। ਜੋ ਸੇਵਕ ਹੈ ਉਹ ਖਾਣੇ ਦੀ ਪ੍ਰੀਤੀ ਕਰਕੇ ਗੁਰੂ ਦੇ ਘਰ ਵਿੱਚ ਆ ਕੇ ਵਸ ਜਾਂਦਾ। ਜੇ 100 ਵਰਿਆ ਜੀਵਨ ਖਾਣ, ਖਸਮ ਪਛਾਣੈ ਸੋ ਦਿਨ ਪਰਵਾਣ। ਇਸ ਪ੍ਰਕਾਰ ਜੇਕਰ ਚੇਲਾ ਆਪਣੇ ਗੁਰੂ ਕੋਲੋਂ ਸੈਂਕੜੇ ਸਾਲ ਜਿਉਂਦਾ ਹੋਇਆ ਪਦਾਰਥਾਂ ਨੂੰ ਖਾਂਦਾ ਰਹੇ, ਪਰ ਇਹ ਸਭ ਨਸਫਲ ਹੀ ਆ। ਜੇਕਰ ਸੱਚੇ ਗੁਰੂ ਦੁਆਰਾ ਖਸਮ ਅਕਾਲ ਪੁਰਖ ਦੀ ਪਹਿਚਾਣ ਕਰੇ, ਉਹਨਾਂ ਦਾ ਉਹ ਦਿਨ ਪਰਵਾਨ ਨੀਕ ਹੈ। ਦਰਸ਼ਨ ਦੇਖਿਐ ਦਇਆ ਨ ਹੋਏ, ਲਏ ਦਿੱਤੇ ਬਿਨ ਰਹਿ ਨ ਕੋਇ। ਖਾਲੀ ਹੱਥੀਂ ਆਏ ਹੋਏ ਸੇਵਕ ਦੇ ਦਰਸ਼ਨ ਦੀਦਾਰ ਦੇਖਣ ਨਾਲ ਪਖੰਡੀ ਗੁਰੂਆਂ ਦੇ ਮਨ ਵਿੱਚ ਦਇਆ ਰਹਿਮਤਾਈ ਨਹੀਂ ਹੋਵੇਗੀ। ਸਗੋਂ ਕਹਿੰਦੇ ਹਨ, ਜੋ ਕਛ ਮਾਲ ਤਲਾਵਲ ਸੋ ਅਬ ਹੀ ਉਠ ਭੇਟ ਹਮਾਰੀ ਕੀਜੈ। ਮੇਰੋ ਈ ਧਿਆਨ ਧਰੋ ਨਿਸਬਾਸਰ, ਭੂਲ ਕੈ ਔਰ ਕੋ ਨਾਮ ਨ ਲੀਜੈ। ਇਉਂ ਲਏ ਦਿੱਤੇ ਲੈਣ ਦੇਣ ਤੋਂ ਬਗੈਰ ਕੋਈ ਵੀ ਨਹੀਂ ਰਹੇਗਾ। ਚੇਲੇ ਵੀ ਲਿਆ ਕਰਨਗੇ ਅਤੇ ਗੁਰੂ ਵੀ ਲਿਆ ਕਰਨਗੇ। ਐਵੇਂ ਕੋਈ ਉਪਦੇਸ਼ ਨਹੀਂ ਦੇਵੇਗਾ। ਰਾਜਾ ਨਿਆਉ ਕਰੇ ਹੱਥ ਹੋਏ, ਕਹਿ ਖੁਦਾਏ ਨ ਮਾਨੈ ਕੋਇ। ਰਾਜਾ ਤਦੋਂ ਹੱਕ ਵਿੱਚ ਇਨਸਾਫ ਕਰੇਗਾ ਜਦੋਂ ਫੈਸਲਾ ਕਰਾਉਣ ਵਾਲੇ ਦੇ ਹੱਥ ਵਿੱਚ ਵੱਢੀ ਦੇਣ ਲਈ ਮਾਇਆ ਹੋਵੇਗੀ। ਜਦੋਂ ਰਾਜੇ ਦੇ ਹੱਥ ਵਿੱਚ ਮਾਇਆ ਫੜਾਉਣਗੇ ਤਦੋਂ ਉਹ ਨਿਆਂ ਕਰੇਗਾ, ਨਹੀਂ ਤੇ ਅਨਿਆਂ ਕਰ ਦੇਵੇਗਾ। ਜੇਕਰ ਕੋਈ ਇਹ ਕਹਿਣਾ ਕਰੇ ਕਿ ਮੈਂ ਧਨਹੀਣ ਹਾਂ, ਮੇਰੇ ਤੋਂ ਪੈਸੇ ਹੈ ਨਹੀਂ, ਤੁਸੀਂ ਖੁਦਾ ਦੇ ਵਾਸਤੇ ਮੇਰਾ ਨਿਆਂ ਕਰ ਦੇਵੋ, ਰੱਬ ਤੋਂ ਡਰੋ, ਤਦੋਂ ਵੀ ਕੋਈ ਵੀ ਨਹੀਂ ਮੰਨਦਾ। ਉਹ ਕਹਿੰਦੇ ਕੋਈ ਖੁਦਾ ਖਦਾ ਨਹੀਂ ਹੈਗਾ, ਅਸੀਂ ਤਾਂ ਪੈਸੇ ਲੈਣੇ ਆ। ਮਾਨਸ ਮੂਰਤ ਨਾਨਕ ਨਾਮ, ਕਰਣੀ ਕੁੱਤਾ ਦਰ ਫੁਰਮਾਨ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹੋ ਜਿਹੇ ਮਾਨਸ ਮਨੁੱਖ ਤਾਂ ਨਾਮ ਮਾਤਰ ਹੀ ਹਨ। ਭਾਵ ਨਾਮ ਕਰਕੇ ਦੁਨੀਆ 'ਤੇ ਆਏ ਆ, ਅਸਲ ਵਿੱਚ ਤਾਂ ਉਹ ਮੂਰਤਾਂ ਹੀ ਆ ਮਿੱਟੀ ਦੀਆਂ। ਮਨੁੱਖਾਂ ਦੀ ਮੂਰਤੀ ਤਾਂ ਨਾਮ ਮਾਤਰ ਹੀ ਆ। ਸੋ ਕਰਨੀ ਕਰਤੂਤ ਕਿਰਿਆ ਤਾਂ ਕੁੱਤਿਆਂ ਤੋਂ ਵੀ ਭੈੜੀ ਆ। ਇਹ ਪਰਮੇਸ਼ਰ ਦੇ ਦੁਆਰੇ ਦਾ ਫਰਮਾਨ ਹੁਕਮ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇਕਰ ਪਰਮੇਸ਼ਰ ਦਾ ਨਾਮ ਜਪਣ ਤਦ ਤਾਂ ਉਹ ਮਨੁੱਖ ਦੀ ਸ਼ਕਲ ਦੇ ਦੇਵਤੇ ਹੀ ਆ, ਅਤੇ ਕੁੱਤੇ ਦੇ ਸੁਭਾਅ ਦੀ ਨਿਆਈ ਮਾਲਕ ਪਰਮੇਸ਼ਰ ਦੇ ਦਰ ਨੂੰ ਪਕੜੀ ਰੱਖੇ ਅਤੇ ਨਾਮ ਜਪਣ ਦੀ ਘਾਲ ਕਮਾਈ ਕਰਦਾ ਰਹੇ ਤਾਂ ਪਰਮੇਸ਼ਰ ਦੇ ਦਰ ਵਿੱਚ ਪ੍ਰਮਾਣਿਕ ਹੁੰਦਾ। ਕਿਉਂਕਿ 9ਵੇਂ ਪਾਤਸ਼ਾਹ ਆਪਣੇ ਵਿਰਾਗਮਈ ਸਲੋਕਾਂ ਵਿੱਚ ਫਰਮਾਉਂਦੇ ਨਾ, ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਆਨ ਤਜਤ ਨਹੀਂ ਨਿਤ। ਕਿਤੇ ਤਾਂ ਮਹਾਰਾਜ ਨੇ ਸੁਆਨ ਹੁੰਦਾ ਕੁੱਤਾ, ਕੁੱਤੇ ਦੀ ਸਿਫਤ ਕੀਤੀ ਆ, ਪਰ ਅਸੀਂ ਸਿਫਤ ਵਾਲੇ ਢੰਗ ਨਾਲ ਜੁੜਨਾ। ਜਿੱਥੇ ਸਿਫਤ ਕੀਤੀ ਆ, ਜਿੱਥੇ ਮਹਾਰਾਜ ਕਹਿੰਦੇ ਦੁਆਰੈ ਦੁਆਰ ਸੁਆਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਮਹਾਰਾਜ ਕਹਿੰਦੇ ਇੱਕ ਇਹੋ ਜਿਹੇ ਕੁੱਤੇ ਵੀ ਆ ਜਿਹੜੇ ਦੁਆਰੇ ਦੁਆਰੇ ਰੋੜੇ ਖਾਂਦੇ ਲੋਕਾਂ ਦੇ, ਉਹਨਾਂ ਨੂੰ ਟੁੱਕ ਨਹੀਂ ਮਿਲਦਾ।
ਇਹੋ ਜਿਹੇ ਕੁੱਤੇ ਨਹੀਂ ਬਣਨਾ। ਮਹਾਰਾਜ ਕਹਿੰਦੇ ਜੇ ਕੁੱਤੇ ਬਣਨਾ ਹੀ ਆ, ਸੁਆਮੀ ਕੋ ਗ੍ਰਹਿ ਜਿਉ ਸਦਾ, ਇਹੋ ਜਿਹੇ ਕੁੱਤੇ ਤੋਂ ਸਿੱਖਿਆ ਲਓ ਜਿਹੜਾ ਸੁਆਮੀ ਦਾ ਦਰ ਨਹੀਂ ਛੱਡਦਾ। ਸੁਆਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇਸ ਵਿਧੀ ਨਾਲ ਉਸ ਪਰਮੇਸ਼ਰ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਧਿਆਉਣਾ ਕਰੋ। ਬਾਬਾ ਕਬੀਰ ਜੀ ਨੇ ਆਪਣੇ ਸਲੋਕਾਂ ਵਿੱਚ ਕਿਹਾ ਨਾ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ। ਬਾਬਾ ਕਬੀਰ ਜੀ ਕਹਿੰਦੇ ਮੇਰਾ ਨਾਂ ਕੂਕਰ ਆ, ਕੁੱਤਾ ਵਾ, ਤੇ ਮੇਰੇ ਮਾਲਕ ਨੇ ਮੇਰਾ ਨਾਂ ਮੋਤੀ ਰੱਖ ਦਿੱਤਾ। ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ। ਬਾਬਾ ਕਬੀਰ ਜੀ ਆਂਦੇ ਮੇਰੇ ਗਲ ਵਿੱਚ ਉਹਨੇ ਜੇਵਰੀ ਰੱਸੀ ਪਾ ਲਈ ਆ ਮਾਲਕ ਨੇ, ਹੁਣ ਜਿੱਥੇ ਉਹ ਖਿੱਚਦਾ ਮੈਂ ਉੱਥੇ ਜਾਂਦਾ। ਭਾਵ ਉਸ ਪਰਮੇਸ਼ਰ ਦਾ ਹੋ ਗਿਆ ਮੈਂ। ਹੁਕਮ ਰੂਪੀ ਜੇਵਰੀ ਰੱਸੀ ਮੇਰੇ ਗਲ ਵਿੱਚ ਪੈ ਗਈ ਆ। ਪਰਮੇਸ਼ਰ ਕਹਿੰਦਾ ਕਬੀਰ ਇੱਥੇ ਬਹਿ ਜਾ, ਮੈਂ ਬੈਠਾ ਰਹਿਣਾ। ਪਰਮੇਸ਼ਰ ਕਹਿੰਦਾ ਕਬੀਰ ਇੱਧਰ ਨੂੰ ਚੱਲ ਜਾ, ਮੈਂ ਚਲਾ ਜਾਂਦਾ। ਗੁਰ ਪ੍ਰਸਾਦ ਜਾਣੈ ਮਹਿਮਾਨ, ਤਾ ਕਿਛ ਦਰਗਹਿ ਪਾਵੈ ਮਾਨ। ਗੁਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦਾ ਪਾਤਰ ਅਧਿਕਾਰੀ ਬਣ ਕੇ ਆਪਣੇ ਆਪ ਨੂੰ ਸੰਸਾਰ ਵਿੱਚ ਪ੍ਰਾਹੁਣਾਚਾਰੀ ਦੀ ਨਿਆਈ ਸਮਝੇ ਵੀ ਮੈਂ ਤਾਂ ਪ੍ਰਾਹੁਣਿਆਂ ਵਾਂਗੂ ਆਇਆ। ਜਿਵੇਂ ਪ੍ਰਾਹੁਣਾ ਇੱਕ ਨਹੀਂ ਤਾਂ 2 ਦਿਨ, 2 ਨਹੀਂ ਤਾਂ 4 ਦਿਨ ਰਹਿ ਲਵੇਗਾ। ਪੱਕਾ ਡੇਰਾ ਤਾਂ ਨਹੀਂ ਨਾ ਲਾ ਸਕਦਾ ਪ੍ਰਾਹੁਣਾ। ਪ੍ਰਾਹੁਣਾ ਹੈ, ਇੱਕ ਦਿਨ ਜਾਵੇਗਾ ਵਾਪਸ ਘਰਾਂ ਨੂੰ। ਮਾਰੇ ਕਹਿੰਦੇ ਤੂੰ ਵੀ ਇਹ ਪ੍ਰਾਣੀ ਪ੍ਰਾਹੁਣਾ ਆਇਆ ਹੈ ਇਸ ਧਰਤੀ 'ਤੇ। ਸੋ ਦਰਗਾਹ ਸੱਚਖੰਡ ਵਿੱਚ ਕੁਝ ਮਾਣ ਸਤਿਕਾਰ ਪ੍ਰਾਪਤ ਕਰੀਦਾ ਜੇਕਰ ਕੋਈ ਚੰਗੇ ਕਰਮ ਕਰੀਏ। ਆਸਾ ਮਹੱਲਾ ਪਹਿਲਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਸ ਕੁਝ ਆਤਮ ਗਿਆਨੀ ਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਸਾਹਿਬ ਜੀ, ਆਪ ਜੀ ਦੀ ਸਿੱਧ ਦ੍ਰਿਸ਼ਟੀ ਕੈਸੀ ਹੈ? ਤਦ ਸਤਿਗੁਰੂ ਸਾਹਿਬ ਜੀ ਨੇ ਸਾਰਿਆਂ ਵਿੱਚ ਹੀ ਵਾਹਿਗੁਰੂ ਦੀ ਜੋਤ ਸਮਝਦਿਆਂ ਹੋਇਆਂ ਇਹ ਸ਼ਬਦ ਉਚਾਰਨ ਕੀਤਾ, ਜੇਤਾ ਸ਼ਬਦ ਸੁਰਤ ਧੁਨ ਤੇਤੀ, ਜੇਤਾ ਰੂਪ ਕਾਇਆ ਤੇਰੀ। ਪਾਤਸ਼ਾਹ ਫਰਮਾਉਂਦੇ ਹੈ ਪਰਮੇਸ਼ਰ ਜੀ, ਇਹ ਜਿੰਨਾ ਵੀ ਸ਼ਬਦ ਕਹੀਏ ਸੰਸਾਰ ਹੈ ਅਤੇ ਉਸ ਦੀ ਸੁਰਤ ਗਿਆਤ ਹੈ ਅਤੇ ਜਿੰਨੀ ਧੁਨ ਆਵਾਜ਼ ਬਾਣੀ ਨਿਕਲਦੀ ਆ ਸਾਰੀਆਂ ਸਰੀਰਾਂ 'ਚੋਂ, ਤਿਤਨੀ ਸਾਰੀ ਜਿੰਨੇ ਵੇਦ ਆਦਿਕ ਧਰਮ ਗ੍ਰੰਥ ਹਨ, ਵੇਦਾਂ ਦੀਆਂ ਜੋ ਸੁਰਤੀਆਂ ਹਨ ਅਤੇ ਉਹਨਾਂ ਦੀ ਜੋ ਧੁਨ ਆਵਾਜ਼ ਨਿਕਲ ਰਹੀ ਆ, ਇਹ ਸਾਰੀ ਦੀ ਸਾਰੀ ਜਿੰਨਾ ਰੂਪ ਆਕਾਰ ਸ਼ਕਲ ਸੂਰਤ ਹੈ, ਜਿੰਨੀਆਂ ਕਾਇਆ ਦੇਹਾਂ ਸਰੀਰ ਆ, ਇਹ ਸਭ ਸਮੱਗਰੀ ਤੁਹਾਡੀ ਆ। ਇਹ ਪਾਤਸ਼ਾਹ ਤੂੰ ਆਪੇ ਰਸਨਾ ਆਪੇ ਬਸਨਾ, ਅਵਰ ਨ ਦੂਜਾ ਕਹੋ ਮਾਈ। ਹੇ ਮਹਾਰਾਜ ਤੂੰ ਆਪ ਹੀ ਰਸਨਾ ਜੀਬਾ ਰੂਪ ਅਤੇ ਆਪ ਹੀ ਵਿੱਚ ਬਸਣਾ ਵਸਣ ਵਾਲਾ ਵਾਕ ਰੂਪ। ਆਪ ਹੀ ਸੰਤਾਂ ਭਗਤਾਂ ਦੀ ਰਸਨਾ 'ਤੇ ਵਸਦਾ ਅਤੇ ਆਪ ਹੀ ਭਗਤੀ ਰੂਪੀ ਬਸਣਾ ਖੁਸ਼ਬੂ ਰੂਪ ਹੋ ਕੇ ਵਸਦਾ। ਜਿਨ੍ਹਾਂ ਸ੍ਰੇਸ਼ਟ ਜਨਾਂ ਦੇ ਤਾਈਂ ਤੁਸੀਂ ਆਪੇ ਰਸਾਂ ਕਸਾਂ ਦੀ ਲੋੜ ਨਹੀਂ ਰੱਖੀ, ਭਾਵ ਜਿਨ੍ਹਾਂ ਨੇ ਆਸਾ ਤ੍ਰਿਸ਼ਨਾ ਰੂਪੀ ਪਦਾਰਥਾਂ ਤੋਂ ਨਾ ਕਰ ਦਿੱਤੀ, ਉਹਨਾਂ ਦੇ ਹਿਰਦੇ ਵਿੱਚ ਤੁਸੀਂ ਆਪ ਹੀ ਵਸਣਾ ਕਰਦੇ ਹੋ। ਹੇ ਮਾਇਆ ਦੇ ਪਤੀ ਪਰਮੇਸ਼ਰ, ਹੇ ਮਾਈ ਮਾਤਾ ਪਿਤਾ ਰੂਪ ਸੰਤ ਜਨੋ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਸਰਾ ਨਹੀਂ ਕਿਹਾ ਜਾਂਦਾ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ ਰਹਾਉ। ਮੇਰਾ ਕਹੀਏ ਸਾਡਾ ਸਾਹਿਬ ਮਾਲਕ ਪਰਮੇਸ਼ਰ ਭੂਤ ਕਾਲ ਵਿੱਚ ਵੀ ਇੱਕੋ ਹੀ ਸੀ। ਹੇ ਭਰਾਵੋ, ਚੇਤਨ ਦੀ ਅੰਸ਼ ਹੋਣ ਕਰਕੇ ਭਾਈ ਸ਼ਬਦ ਵਰਤਿਆ। ਮੇਰੇ ਸਾਰੇ ਭਰਾ ਹਨ ਪਰਮੇਸ਼ਰ ਜੀ ਕਹਿੰਦੇ। ਹੁਣ ਵਰਤਮਾਨ ਸਮੇਂ ਵਿੱਚ ਵੀ ਜਿਵੇਂ ਗੁਰੂ ਨਾਨਕ ਮਹਾਰਾਜ ਨੇ ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਸਾਰਿਆਂ ਨੂੰ ਭਾਈ ਕਰਕੇ ਸਤਿਕਾਰ ਦਿੱਤਾ, ਭਾਵ ਮੇਰੇ ਭਰਾ ਹਨ। ਇੱਕੋ ਹੀ ਹੈ ਅਤੇ ਅਗਾਂਹ ਭਵਿੱਖ ਕਾਲ ਵਿੱਚ ਵੀ ਇੱਕੋ ਹੀ ਹੋਵੇਗਾ। 3 ਵਾਰੀ ਏਕੋ ਹੈ ਸ਼ਬਦ ਤੋਂ ਭਾਵ ਹੈ ਕਿ ਇੱਕੋ ਹੀ ਮਹਾਰਾਜ ਸਾਹਿਬ ਜੀ ਵਿਰਾਟ ਨੂੰ ਪੈਦਾ ਕਰਨ ਵਾਲਾ, ਇੱਕੋ ਹੀ ਹਿਰਨ ਗਰਭ ਨੂੰ ਪੈਦਾ ਕਰਨ ਵਾਲਾ, ਇੱਕੋ ਹੀ ਅਭਿਆਕ੍ਰਿਤ ਨੂੰ ਪੈਦਾ ਕਰਨ ਵਾਲਾ, ਇੱਕੋ ਹੀ ਤਤ ਪਦ ਈਸ਼ਰ ਰੂਪ ਹੈ, ਇੱਕੋ ਹੀ ਤੁੰਗ ਪਦ ਜੀਵ ਰੂਪ ਈਸ਼ ਹੈ ਅਤੇ ਇੱਕੋ ਹੀ ਅਸ ਪਦ ਰੂਪ ਹੈ। ਤਿੰਨਾਂ ਅਵਸਥਾਵਾਂ ਜਾਗਰਤ ਸੁਪਨ ਸੁਖੋਪਤੀ, ਇਹਨਾਂ ਵਿੱਚ ਇੱਕੋ ਹੀ ਮੇਰਾ ਮਾਲਕ ਪਰਮੇਸ਼ਰ ਆ। ਅਗਿਆਨੀਆਂ ਗਿਆਨੀਆਂ ਜੀਵਨ ਮੁਕਤ ਬਦੇਹ ਮੁਕਤਾਂ ਦੇ ਅੰਦਰ ਇੱਕੋ ਹੀ ਮਾਲਕ ਵਸਦਾ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ।
ਆਪੇ ਮਾਰੇ ਆਪੇ ਛੋੜੈ ਆਪੇ ਲੇਵੈ ਦੇ। ਉਹ ਪਰਮੇਸ਼ਰ ਆਪ ਹੀ ਸੰਸਾਰ ਦਾ ਅੰਤ ਸਮਾਂ ਜਾਣ ਕੇ ਪਰਾਲਬਧ ਮੁੱਕੀ ਤੋਂ, ਜਦੋਂ ਇਸ ਜੀਵ ਦੀ ਪਰਾਲਬਧ ਮੁੱਕ ਜਾਂਦੀ, ਖਾਣਾ ਪੀਣਾ ਮੁੱਕ ਜਾਂਦਾ, ਤੇ ਮਾਰਨ ਵਾਲਾ ਆਪ ਹੀ ਆ। ਆਪ ਹੀ ਛੋੜੈ ਛੱਡਣ ਵਾਲਾ ਵਾ, ਆਪ ਹੀ ਅਗਿਆਨੀਆਂ ਨੂੰ ਮਾਰਦਾ ਹੈ ਤੇ ਆਪ ਹੀ ਆਤਮ ਗਿਆਨਵਾਨਾਂ ਨੂੰ ਛੋੜੈ ਕਹੀਏ ਮੁਕਤ ਕਰ ਦਿੰਦਾ। ਆਪੇ ਲੇਵੈ ਦੇ, ਆਪ ਹੀ ਸਿੱਖ ਦੀ ਸ਼ਰਧਾ ਭਾਵਨਾ ਲੈ ਕਰਕੇ ਪਰਮੇਸ਼ਰ ਆਪਣਾ ਆਨੰਦ ਬਖਸ਼ਦਾ ਹੈ। ਆਪ ਹੀ ਸਾਰਿਆਂ ਦੀਆਂ ਜਿੰਦਾਂ ਲੈਣ ਵਾਲਾ ਵਾ ਤੇ ਆਪ ਹੀ ਸਾਰਿਆਂ ਦੇ ਅੰਦਰ ਪ੍ਰਾਣ ਦੇਣ ਵਾਲਾ। ਆਪੇ ਵੇਖੈ ਆਪੇ ਵਿਗਸੈ ਆਪੇ ਨਦਰ ਕਰੇ। ਆਪ ਹੀ ਸਤਿਗੁਰੂ ਰੂਪ ਹੋ ਕੇ ਸਿੱਖਾਂ ਦੇ ਤਾਈਂ ਕਿਰਪਾ ਦ੍ਰਿਸ਼ਟੀ ਦੁਆਰਾ ਵੇਖਦਾ ਤੇ ਆਪ ਹੀ ਸਿੱਖ ਰੂਪ ਹੋ ਕੇ ਆਤਮਾ ਆਨੰਦ ਪ੍ਰਾਪਤ ਕਰਕੇ ਵਿਗਸੈ ਹੁੰਦਾ ਖਿੜਦਾ ਹੈ ਤੇ ਆਪ ਹੀ ਗੁਰੂ ਸਾਹਿਬ ਜੀ ਗਿਆਨ ਵਾਲੀ ਦ੍ਰਿਸ਼ਟੀ ਕਰਦੇ ਹਨ। ਜੋ ਕਿਛ ਕਰਣਾ ਸੋ ਕਰ ਰਹਿਆ ਅਵਰ ਨ ਕਰਣਾ ਜਾਈ। ਪਰਮੇਸ਼ਰ ਨੇ ਜਿਹੜਾ ਕੁਝ ਪਿੱਛੇ ਕਰਨਾ ਸੀ ਉਹ ਹੀ ਕਰਦਾ ਸੀ, ਜੋ ਕੁਝ ਹੁਣ ਕਰਨਾ ਹੈ ਉਹ ਹੀ ਕਰ ਰਿਹਾ ਹੈ ਅਤੇ ਹੋਰ ਭਵਿੱਖਤ ਕਾਲ ਵਿੱਚ ਕਿਸੇ ਪਾਸੋਂ ਨਹੀਂ ਕੀਤਾ ਜਾਣਾ। ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ। ਜਿਹੋ ਜਿਹਾ ਪਰਮੇਸ਼ਰ ਦਾ ਹੁਕਮ ਵਰਤਦਾ ਹੈ ਤਿਹੋ ਜਿਹਾ ਹੀ ਕਥਨ ਕਰੀਦਾ। ਹੇ ਮਹਾਰਾਜ, ਸਾਰਾ ਕੁਝ ਤੁਹਾਡੀ ਹੀ ਵਡਿਆਈ ਇੱਛਾ ਵਿੱਚ ਹੁੰਦਾ ਹੈ। ਕਲ ਕਲ ਵਾਲੀ ਮਾਇਆ ਮਦ ਮੀਠਾ ਮਨ ਮਤ ਵਾਲਾ ਪੀਵਤ ਰਹਿ। ਕਲ ਹੁੰਦਾ ਕਲਯੁਗ ਦੀ ਕਿਰਿਆ ਸਮਾਂ ਇੱਕ ਸ਼ਰਾਬ ਦੀ ਮੱਟੀ ਦੀ ਨਿਆਈ ਆ, ਜਿਸ ਵਿੱਚ ਮਾਇਆ ਰੂਪੀ ਮਿੱਠੀ ਮਦ ਸ਼ਰਾਬ ਹੈ। ਇਸ ਸ਼ਰਾਬ ਨੂੰ ਮਨ ਮਤ ਵਾਲਾ ਮਸਤ ਹੋ ਕੇ ਪੀ ਰਿਹਾ ਵਾ ਤੇ ਝੱਲਾ ਹੋ ਰਿਹਾ। ਆਪੇ ਰੂਪ ਕਰੇ ਬਹੁ ਭਾਂਤੀ ਨਾਨਕ ਬਪੜਾ ਏਵ ਕਹੈ। ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਹੇ ਭਾਈ, ਅਸੀਂ ਨਿਮਰਤਾ ਦੇ ਸਹਿਤ ਬਪੜਾ ਵਿਚਾਰੇ ਇਉਂ ਕਹਿੰਦੇ ਹਾਂ ਕਿ ਪਰਮੇਸ਼ਰ ਨੇ ਆਪ ਹੀ ਬਹੁਤ ਭਾਂਤੀ ਹੁੰਦਾ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੀਆਂ ਭਾਂਤਾਂ ਆਕਾਰ ਕੀਤੇ ਹੋਏ ਆ। ਆਸਾ ਮਹੱਲਾ ਪਹਿਲਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬਿਰਾਜਮਾਨ ਹਨ। ਇੱਕ ਦਿਨ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਸ੍ਰੇਸ਼ਟ ਰਾਸ ਕਿਹੋ ਜਿਹੀ ਹੁੰਦੀ ਆ। ਤਦ ਗੁਰਮਤਿ ਦੁਆਰਾ ਪੈਣ ਵਾਲੀ ਰਾਸ ਦੇ ਬਾਬਤ ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ। ਪਿੱਛੇ ਦੱਸ ਆਏ ਹਨ ਦੁਨੀਆ ਦੀਆਂ ਰਾਸਾਂ ਬਾਰੇ। ਹੁਣ ਜੋ ਪਰਮੇਸ਼ਰ ਦੀ ਮਹਾਰਾਜ ਦੇ ਸ੍ਰੇਸ਼ਟ ਰਾਸ, ਜਿਹੜੀ ਚੰਗੀ ਰਾਸ, ਉਸ ਦੀ ਬਾਬਤ ਫਰਮਾਉਂਦੇ ਆ। ਵਾਜਾ ਮਤ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਚਾਉ। ਹੇ ਗੁਰਸਿੱਖੋ, ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਆਤਮ ਵਸ਼ੈਣੀ ਬੁੱਧੀ ਹੈ, ਮਤ ਹੈ, ਇਹ ਵਜਾਉਣ ਵਾਲਾ ਸਾਜ਼ ਹੈ, ਵਾਜਾ ਹੈ। ਅਤੇ ਜਿਹੜਾ ਪਰਮੇਸ਼ਰ ਦੇ ਜਸ ਨੂੰ ਭਾਉ ਹੁੰਦਾ ਪ੍ਰੇਮ ਦੇ ਨਾਲ, ਹਿਰਦੇ ਵਿੱਚੋਂ ਵੀ ਤੇ ਮੁੱਖ ਨਾਲ ਵੀ ਕਹਿਣਾ ਕਰਦਾ। ਭਾਵੇਂ ਇਹ ਨਹੀਂ ਕਿ ਮੁੱਖੋਂ ਕਹੀ ਜਾਂਦਾ, ਹਿਰਦੇ 'ਚ ਪ੍ਰੇਮ ਨਹੀਂ, ਦੋਨਾਂ ਤੋਂ ਕਹਿੰਦਾ ਹੋਵੇ। ਜਿਵੇਂ ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਫਰਮਾਇਆ ਨਾ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਪਖਾਵਜ ਜੋੜੀ ਤਬਲਾ ਹੈ, ਜਿਹੜਾ ਸਦਾ ਹਮੇਸ਼ਾ ਹੀ ਮਨ ਵਿੱਚ ਪਰਮੇਸ਼ਰ ਦੇ ਨਾਮ ਜਪਣ ਦਾ ਉਤਸ਼ਾਹ ਹੋਣਾ ਹੈ। ਇਉਂ ਆਤਮ ਵਿਸ਼ੈਣੀ ਬੁੱਧੀ ਪਰਮਾਤਮਾ ਪ੍ਰਤੀ ਪ੍ਰੇਮ ਹੋਣਾ, ਇਹਨਾਂ ਤਾਲਾਂ ਦੇ ਪੂਰਨੇ ਕਰਕੇ ਮੰਗਲ ਸਰੂਪ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਏਹਾ ਭਗਤ ਇਹੋ ਤਪ ਤਾਉ ਇਤ ਰੰਗ ਨਾਚੋ ਰਖ ਰਖ ਪਾਉ। ਇਹੋ ਹੀ ਭਗਤ, ਭਗਤ ਦੇ ਸ਼ਬਦ ਨੂੰ ਤੱਤੇ ਨੂੰ ਸਿਹਾਰੀ ਆ। ਜਦੋਂ ਵੀ ਗੁਰਬਾਣੀ ਵਿੱਚ ਮੂਲ ਪਾਠ ਪੱਬਾ ਗੱਗਾ ਤੱਤਾ ਆਵੇ, ਇਸ ਦਾ ਮਤਲਬ ਆ ਭਗਤੀ ਕਰਨ ਵਾਲਾ ਭਗਤ ਜਨ, ਜਗਿਆਸੂ ਜਨ। ਜਦੋਂ ਪੱਬਾ ਗੱਗਾ ਤੱਤੇ ਨੂੰ ਸਿਹਾਰੀ ਆਵੇ ਭਗਤ, ਬੋਲਣਾ ਭਗਤੀ ਆ, ਉਚਾਰਨ ਇਸ ਦਾ ਭਗਤੀ ਹੋਵੇਗਾ। ਪਰ ਜੋ ਤੱਤੇ ਨੂੰ ਸਿਹਾਰੀ ਹੋਏ ਦਰਸਾਉਂਦੀ ਕਿ ਭਗਤੀ, ਇਸ ਦਾ ਮਤਲਬ ਭਗਤੀ, ਭਗਤੀ ਜੋ ਕਰੀਦੀ ਆ। ਕਹਿੰਦੇ ਇਹੋ ਹੀ ਭਗਤੀ ਹੈ, ਇਹੋ ਹੀ ਤਪ ਤਾਓ, ਤਪ ਨੂੰ ਤਾਉਣਾ ਕਰੋ। ਇਸ ਢੰਗ ਤਰੀਕੇ ਨਾਲ ਮਨ ਦੇ ਸੰਕਲਪ ਵਿਕਲਪ ਰੂਪੀ ਪੈਰ ਨੂੰ
ਵਿਸ਼ਿਆਂ ਵਿਕਾਰਾਂ ਦੀ ਵਾਸ਼ਨਾ ਵੱਲੋਂ ਰੱਖ ਰੱਖ 2 ਵਾਰੀ ਕਿਹਾ ਮਹਾਰਾਜ ਨੇ। ਭਾਵ ਰੋਕ ਲੈ ਰੋਕ ਲੈ, ਰੋਕ ਲੈ ਮਾੜੇ ਕੰਮਾਂ ਤੋਂ। ਮਹਾਰਾਜ ਕਹਿੰਦੇ ਨਿਰਤਕਾਰੀ ਕਰੋ, ਇਸ ਢੰਗ ਨਾਲ ਪਰਮੇਸ਼ਰ ਦਾ ਨਿਰਣਾ ਕਰੋ, ਇਹੋ ਹੀ ਨੱਚਣਾ ਵਾ। ਜਿਹੜੇ ਕਹਿੰਦੇ ਨਾ ਮਹਾਰਾਜ ਨੇ ਕਿਹਾ ਵੀ ਨੱਚਣਾ ਕੁੱਦਣਾ ਮਨ ਕਾ ਚਾਓ, ਉਹ ਨਹੀਂ ਕਿਹਾ। ਮਹਾਰਾਜ ਕਹਿੰਦੇ ਨੱਚਣਾ ਤਾਂ ਇਸ ਤਰ੍ਹਾਂ ਨਾਚ, ਸਿਮਰਨ ਕਰ, ਅੰਦਰੋਂ ਮਨ ਨੂੰ ਨਚਾ ਸਿਮਰਨ ਦੇ ਵਿੱਚ। ਪੂਰੇ ਤਾਲ ਜਾਣੈ ਸਾਲਾਹ, ਹੋਰ ਨੱਚਣਾ ਖੁਸ਼ੀਆ ਮਨ ਮਾਹ ਰਹਾਉ। ਜਿਹੜੀ ਪਰਮੇਸ਼ਰ ਦੀ ਸਾਲਾਹ ਸਿਫਤ ਉਸਤਤ ਕਰਨੀ ਜਾਣਨੀ ਹੈ, ਇਹੋ ਹੀ ਕੈਂਸੀਆਂ ਦਾ ਪੂਰੇ ਪੂਰਨਾ ਕਰੇ ਤਾਲ। ਹੋਰ ਜਿਹੜਾ ਨਾਚਿਆਂ ਵਾਂਗੂ ਨੱਚਣਾ, ਜਿਵੇਂ ਨਾਚੇ ਨੱਚਦੇ ਨਿਰਤਕਾਰੀ ਕਰਨੀ, ਇਹ ਤਾਂ ਮਨ ਮਾਹ ਭਾਵ ਮਨ ਵਿੱਚ ਖੁਸ਼ੀਆਂ ਹੀ ਕਰਨੀਆਂ। ਇਸ ਤਰ੍ਹਾਂ ਪਰਮੇਸ਼ਰ ਦੇ ਦਰ ਵਿੱਚ ਪ੍ਰਵਾਨਨੀਕ ਨਹੀਂ ਹੋ ਸਕੀਦਾ। ਭਾਵ ਜਿਹੜੇ ਬਾਹਰੀ ਨਾਚ ਗਾਣੇ ਗਾਉਂਦੇ ਉਹ ਕਦਾਚਿਤ ਵੀ ਪ੍ਰਮਾਣਿਕ ਨਹੀਂ ਹੁੰਦੇ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ, ਸਤ ਸੰਤੋਖ ਵੱਜਹਿ ਦੋਇ ਤਾਲ, ਪੈਰੀ ਵਾਜਾ ਸਦਾ ਨਿਹਾਲ। ਹਿਰਦੇ ਦੇ ਅੰਦਰ ਸਤ ਪ੍ਰਤੱਗੀ ਹੋਣਾ, ਅਤ ਚਿੱਤ ਦਾ ਸੰਤੋਖੀ ਹੋਣਾ, ਇਹ 2 ਤਾਲ ਕੈਂਸੀਆਂ ਵੱਜਦੀਆਂ ਹਨ। ਪੈਰਾਂ ਦਾ ਵਾਜਾ ਘੁੰਗਰੂ ਹੁੰਦਾ, ਜਿਹੜਾ ਹਮੇਸ਼ਾ ਹੀ ਨਿਹਾਲ ਕਾਮਯਾਬ ਰਹਿਣਾ ਹੈ, ਇਹੋ ਹੀ ਪੈਰਾਂ ਦਾ ਵਾਜਾ ਸਾਜ਼ ਵਜਾਉਣਾ ਹੈ। ਰਾਗ ਨਾਦ ਨਹੀਂ ਦੂਜਾ ਭਾਉ, ਇਤ ਰੰਗ ਨਾਚੋ ਰਖ ਰਖ ਪਾਉ। ਜਿਹੜਾ ਦੂਜਾ ਦਵੈਤ ਭਾਉ ਦਾ ਨਾ ਹੋਣਾ ਹੈ, ਇਹੋ ਹੀ ਰਾਗ ਦਾ ਉਚਾਰਨਾ ਅਤੇ ਨਾਦ ਸਾਜ਼ਾਂ ਦਾ ਵਜਾਉਣਾ। ਇਸ ਰੰਗ ਤਰੀਕੇ ਨਾਲ ਮਨ ਦੇ ਸੰਕਲਪ ਵਿਕਲਪ ਰੂਪੀ ਪੈਰ ਨੂੰ ਵਿਸ਼ੇ ਵਾਸ਼ਨਾ ਵੱਲੋਂ ਰੱਖ ਰੱਖ ਹੁੰਦਾ, ਰੋਕ ਰੋਕ ਕੇ ਸਤ ਅਸਤ ਦਾ ਨਿਰਣਾ ਕਰਨ ਰੂਪ ਨੱਚਣਾ ਕਰੋ। ਭਉ ਫੇਰੀ ਹੋਵੈ ਮਨ ਚੀਤ, ਬਹਿਦਿਆ ਉੱਠਦਿਆ ਨੀਤਾ ਨੀਤ। ਜਿਹੜਾ ਮਨ ਦੇ ਅੰਦਰ ਪਰਮੇਸ਼ਰ ਨੂੰ ਭੈ ਧਾਰ ਕੇ ਚੇਤੇ ਕਰਨਾ ਹੈ, ਮਨ ਅਤੇ ਚਿੱਤ ਵਿੱਚ ਪਰਮੇਸ਼ਰ ਦਾ ਭਉ ਡਰ ਹੋਣਾ ਹੈ, ਇਹੋ ਹੀ ਫੇਰੀ ਭੁਆਂਟਣੀ ਘੁੰਮਣ ਘੇਰੀ ਲੈਣੀ। ਕਿਉਂਕਿ ਮਹਾਰਾਜ ਰਾਸ ਵਾਲੇ ਢੰਗ ਨਾਲ ਦੱਸ ਰਹੇ ਨਾ, ਜੋ ਜੋ ਰਾਸ ਵਿੱਚ ਹੁੰਦਾ ਘੁੰਮਣ ਘੇਰੀਆਂ ਲੈਂਦੇ, ਵਟਣੇ ਲੈਂਦੇ, ਨੱਚਦੇ ਟੱਪਦੇ, ਪੁੱਠੇ ਸਿੱਧੇ ਹੁੰਦੇ। ਮਹਾਰਾਜ ਉਸ ਢੰਗ ਨਾਲ ਸਾਨੂੰ ਦੱਸ ਰਹੇ ਤੁਸੀਂ ਨਾਮ ਦੇ ਵਿੱਚ ਕਿਵੇਂ ਨੱਚਣਾ, ਨਾਮ ਨਾਲ ਕਿਵੇਂ ਜੁੜਨਾ। ਜਿਹੜਾ ਨੀਤ ਅਨੀਤ, ਨੀਤ ਨਿਤ ਸਰੂਪ ਪਰਮੇਸ਼ਰ ਨੂੰ ਜਾਣਨਾ ਹੈ, ਬਹਿਦਿਆਂ ਬੈਠਣਾ ਇਸਤਤ ਹੋਣਾ ਹੈ, ਅਤੇ ਜਿਹੜਾ ਅਨੀਤ ਅਨਿਤ ਝੂਠ ਰੂਪ ਜਗਤ ਹੈ ਉਸ ਵੱਲੋਂ ਉਪਰਾਮ ਹੋਣਾ, ਇਹ ਹੀ ਉੱਠਣਾ ਹੈ। ਉੱਠਦਿਆਂ ਬੈਠਦਿਆਂ ਨੀਤਾ ਨੀਤ, ਨਿਤਾ ਪ੍ਰਤੀ ਹੀ ਪਰਮੇਸ਼ਰ ਨੂੰ ਜਾਣਨਾ ਕਰੇ। ਨਿਤ ਰੂਪ ਪਰਮੇਸ਼ਰ ਨੂੰ ਜਾਣੇ ਅਤੇ ਜਗਤ ਨੂੰ ਅਨਿਤ ਰੂਪ ਜਾਣੇ, ਵੀ ਜਗਤ ਤਾਂ ਝੂਠਾ ਵਾ, ਇੱਕ ਨਿਤ ਜੋ ਹੈ ਉਹ ਪਰਮੇਸ਼ਰ ਹੈ। ਲੇਟਣ ਲੇਟ ਜਾਣੈ ਤਨ ਸੁਆਹ, ਇਤ ਰੰਗ ਨਾਚੋ ਰਖ ਰਖ ਪਾਉ। ਜਿਹੜਾ ਸਰੀਰ ਨੂੰ ਸੁਆਹ ਖਾਕ ਰੂਪ ਨਾਸਵੰਤ ਜਾਣਨਾ ਹੈ, ਇਸੇ ਹੀ ਲੇਟਣ ਲੇਟਣੀ ਵਿੱਚ ਲਿਟਣਾ ਕਰੇ। ਜਿਵੇਂ ਉਹ ਲਿਟਦੇ ਆ ਉਸ ਢੰਗ ਨਾਲ ਦੱਸ ਰਹੇ। ਇਸ ਰੰਗ ਤਰੀਕੇ ਨਾਲ ਮਨ ਦੇ ਸੰਕਲਪ ਵਿਕਲਪ ਰੂਪੀ ਪੈਰ ਵਿਸ਼ੇ ਵਾਸ਼ਨਾ ਵੱਲੋਂ ਰੱਖ ਰੱਖ ਹੁੰਦਾ, ਰੋਕ ਰੋਕ ਕੇ ਸਤ ਅਸਤ ਦਾ ਨਿਰਣਾ ਕਰਨਾ ਰੂਪ ਨੱਚਣਾ ਕਰੇ। ਫਿਰ ਪ੍ਰਸ਼ਨ ਕਰਦੇ ਜਿਗਿਆਸੂ ਜਨ, ਹੇ ਮਹਾਰਾਜ, ਦੁਨਿਆਵੀ ਰਾਸ ਵਿੱਚ ਤਾਂ ਸਭਾਵਾਂ ਅਖਾੜੇ ਲੱਗਦੇ ਆ, ਇੱਧਰ ਸਿੱਖਾਂ ਦੀ ਸਭਾ ਕਿਹੜੀ ਆ? ਗੁਰ ਉੱਤਰ ਬਖਸ਼ਿਸ਼ ਕਰਦੇ ਆ, ਸਿੱਖ ਸਭਾ ਦੀਖਿਆ ਕਾ ਭਾਉ, ਗੁਰਮੁਖ ਸੁਣਨਾ ਸਾਚਾ ਨਾਉ। ਸਿੱਖ ਸਭਾ ਦੀਖਿਆ ਕਾ ਭਾਉ, ਜਿਹੜੇ ਸਮੂਹ ਸਿੱਖਾਂ ਨੇ ਇਕੱਠੇ ਹੋ ਕਰਕੇ ਮਿਲ ਕਰਕੇ ਪਰਮੇਸ਼ਰ ਦੇ ਜਸ ਨੂੰ ਗਾਉਣਾ ਹੈ, ਇਹ ਗੁਰਸਿੱਖਾਂ ਦੀ ਸਭਾ ਮਜਲਿਸ ਹੈ। ਫਿਰ ਪ੍ਰਸ਼ਨ ਕਰਦੇ ਮਹਾਰਾਜ ਜੀ, ਸਿੱਖ ਕੌਣ ਹਨ? ਸਤਿਗੁਰੂ ਆਂਦੇ, ਜਿਨ੍ਹਾਂ ਨੂੰ ਮਹਾਰਾਜ ਦੀ ਸਿੱਖਿਆ ਲੈਣ ਦਾ ਮਨ ਵਿੱਚ ਭਾਉ ਪ੍ਰੇਮ ਹੈ, ਉਹ ਸਿੱਖ ਹਨ। ਜਿਹੜੇ ਆਪ ਭੱਜ ਭੱਜ ਕੇ ਆਉਂਦੇ ਹਨ ਕਿ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਉਹ ਸਿੱਖ ਹਨ। ਅਤੇ ਜਿਨ੍ਹਾਂ ਨੂੰ ਕੋਈ ਲਾਲਚ ਦੇ ਕੇ ਲਿਆਂਦਾ ਜਾਂਦਾ, ਉਹ ਤਾਂ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਫਿਰ ਪ੍ਰਸ਼ਨ ਕਰਦਾ ਜਿਗਿਆਸੂ, ਹੈ ਸਤਿਗੁਰੂ ਜੀ, ਪ੍ਰਤੱਖ ਰਾਸ ਵਿੱਚ ਗੀਤ ਵੀ ਸੁਣੇ ਜਾਂਦੇ ਆ, ਅੰਤਰੀਵ ਰਾਸ ਵਿੱਚ ਕਿਹੜੇ ਗੀਤ ਸੁਣੇ ਜਾਂਦੇ ਆ? ਵੀ ਜਿਹੜੀ ਬਾਹਰ ਰਾਸ ਲੋਕ ਪਾਉਂਦੇ ਉਹ 'ਚ ਤਾਂ ਗੀਤ ਗਾਏ ਜਾਂਦੇ, ਤੁਸੀਂ ਕਿਹੜੇ ਗੀਤ ਗਾਉਂਦੇ? ਮਹਾਰਾਜ ਦੱਸਦੇ, ਜੋ ਸੱਚਾ ਨਾਮ ਗੁਰਮੁਖ ਮੁਖੀ ਗੁਰਾਂ ਦੁਆਰਾ ਸੁਣਨਾ ਸਰਵਨ ਕਰਨਾ, ਕਥਾ ਸੁਣਨੀ, ਗੁਰੂ ਦਾ ਜਸ ਸੁਣਨਾ,
ਇਹੋ ਹੀ ਗੀਤਾਂ ਦਾ ਸੁਣਨਾ ਵਾ। ਸਾਡੇ ਵਾਸਤੇ ਇਹੀ ਗੀਤ ਆ। ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਸਰੂਪ ਲਖਣਾ ਵਾਲਾ ਸੱਚਾ ਨਾਮ ਸੁਣਨਾ ਹੀ ਗੀਤਾਂ ਦਾ ਸੁਣਨਾ। ਨਾਨਕ ਆਖਣ ਵੇਰਾ ਵੇਰ, ਇਤ ਰੰਗ ਨਾਚੋ ਰਖ ਰਖ ਪੈਰ। ਪਿਛਲੇ ਸ਼ਬਦ ਦੀ ਵਿਚਾਰ ਥੋੜ੍ਹੀ ਜੀ, ਜਿਵੇਂ ਹਾਥੀ ਦੇ ਪੈਰ ਵਿੱਚ ਸਾਰੇ ਪਸ਼ੂ ਪੰਛੀ ਮੱਛ ਕੱਛ ਬੰਦਿਆਂ ਦੇ ਪੈਰ ਆ ਜਾਂਦੇ, ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਹਾਥੀ ਦੇ ਪੈਰ ਦੀ ਨਿਆਈ ਆ। ਹਾਥੀ ਦੀ ਨਿਆਈ ਆ। ਜਦੋਂ ਅਸੀਂ ਪੈਰ ਉਸ ਪਰਮੇਸ਼ਰ ਦੇ ਵੱਡੇ ਨਾਮ ਨੂੰ ਜਪ ਲਿਆ, ਉਹਦੇ ਵਿੱਚ ਸਾਰੇ ਗੀਤ ਸਾਰਾ ਕੁਝ ਹੀ ਆ ਜਾਂਦਾ, ਜਿਵੇਂ ਹਾਥੀ ਦੇ ਪੈਰ 'ਚ ਸਾਰਾ ਕੁਝ ਆ ਜਾਂਦਾ। ਨਾਨਕ ਆਖਣ ਵੇਰਾ ਵੇਰ, ਇਤ ਰੰਗ ਨਾਚੋ ਰਖ ਰਖ ਪੈਰ। ਇਸ ਪਾਵਨ 6ਵੇਂ ਸ਼ਬਦ ਦੀ ਆਖਰੀ ਸਮਾਪਤੀ ਵਾਲੀ ਪੰਕਤੀ ਵਿੱਚ ਸਤਿਗੁਰੂ ਕਿਰਪਾ ਕਰਦੇ ਫਰਮਾਉਂਦੇ ਆ, ਹੇ ਗੁਰਸਿੱਖੋ, ਜਿਹੜਾ ਵੇਰਾ ਵੇਰ ਵਾਰ-ਵਾਰ ਪਰਮੇਸ਼ਰ ਦਾ ਨਾਮ ਕਹਿਣਾ ਭਾਵ ਜਪਣਾ ਹੈ, ਇਹੋ ਹੀ ਵੇਲ ਹੈ। ਜਿਵੇਂ ਰਾਸ ਧਾਰੀਏ ਰਾਸ ਪਾਉਣ ਤੋਂ ਬਾਅਦ ਕਹਿੰਦੇ ਹਨ ਕਿ ਇਹ ਫਲਾਣੇ ਦੀ ਵੇਲ ਹੈ, ਇਹ ਫੁੱਫੜ ਦੀ ਵੇਲ ਹੈ, ਇਹ ਫਲਾਣੇ ਅਮਕੇ ਦੀ ਵੇਲ ਹੈ। ਸਾਰੀਆਂ ਵਾਰੀਆਂ ਵਿੱਚੋਂ ਮਨੁੱਖਾ ਜਨਮਾਂ ਦਾ ਵੇਲਾ ਹੀ ਪਰਮੇਸ਼ਰ ਦੇ ਨਾਮ ਨੂੰ ਆਖਣ ਦੀ ਵੇਲ ਵਾ, ਭਾਵ ਵਾਰੀ ਆ। ਇਸ ਰੰਗ ਤਰੀਕੇ ਨਾਲ ਮਨ ਦੇ ਸੰਕਲਪ ਵਿਕਲਪ ਰੂਪੀ ਪੈਰਾਂ ਨੂੰ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਵੱਲੋਂ ਰੱਖ ਰੱਖ ਭਾਵ ਰੱਖ ਰੱਖ ਦੇ ਖੱਖੇ ਨੂੰ ਸਿਹਾਰੀ ਆ। ਜਦੋਂ ਵੀ ਕਿ ਅੱਖਰ ਦੇ ਸਿਹਾਰੀ ਆ ਜਾਂਦੀ, ਉਹ ਅਰਥ ਕੱਢਦਾ ਰੋਕ ਰੋਕ ਕੇ ਸਤ ਅਸਤ ਦਾ ਨਿਰਣਾ ਕਰਨ ਰੂਪ ਨੱਚਣਾ ਕਰੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।